ताकत वतन की तुमसे है, हिम्मत वतन की तुमसे है, इज्जत वतन की तुमसे है, इंसान के हम हौसला बारूद रखते हैं, वतन के कदमों में जान मौजूद रखते हैं, हस्ती तक मिटा दें दुश्मन की, यकीन रखो देशवासियों हम फौजी हैं, फौलादी वजूद रखते हैं। जी दोस्तों, इस शेर तो ही तुसी समझ गए होवोगे कि अज किसी खास वीर बहादुर नाल, मां भारती दे लाल नाल, इस भारत दे वीर सपूत नाल तुहाडी मुलाकात करवाउणी है। तुहानूं याद होएगा कारगिल युद्ध मई तो जुलाई 1999 ਦੇ ਵਿੱਚ ਜਦੋਂ ਪਾਕਿਸਤਾਨ ਦੇ ਫੌਜੀ ਚੋਰੀ ਛੁਪੇ ਭਾਰਤ ਦੀਆਂ ਸਰਹੱਦਾਂ ਦੀਆਂ ਖਾਲੀ ਪਈਆਂ ਚੌਕੀਆਂ ਤੇ ਕਾਬਜ਼ ਹੋ ਗਏ ਤਾਂ ਉਹਨਾਂ ਨੂੰ ਮਾਰ ਭਜਾਉਣ ਲਈ ਭਾਰਤੀ ਫੌਜ ਵੱਲੋਂ ਆਪਰੇਸ਼ਨ ਵਿਜੈ ਸ਼ੁਰੂ ਕੀਤਾ ਗਿਆ ਸੀ। 1947, 1965 ਤੇ 1971 ਦੀਆਂ ਜੰਗਾਂ ਵਿੱਚ ਪਾਕਿਸਤਾਨ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ, ਪਰ ਫਿਰ ਵੀ ਢੀਠ ਪਾਕਿਸਤਾਨ ਨੇ 1999 ਵਿੱਚ ਇਹ ਹਿਮਾਕਤ ਕੀਤੀ ਜਿਸ ਦਾ ਉਹਨੂੰ ਭਰਪੂਰ ਖਮਿਆਜ਼ਾ ਭੁਗਤਣਾ ਪਿਆ। ਤੇ ਸਾਡੇ ਲਈ ਅੱਜ ਮਾਣ ਵਾਲੀ ਗੱਲ ਹੈ ਕਿ ਕਾਰਗਿਲ ਯੁੱਧ ਵਿੱਚ ਹਿੱਸਾ ਲੈ ਚੁੱਕੇ ਤੇ ਵੀਰ ਚੱਕਰ ਨਾਲ ਸਨਮਾਨਿਤ ਫੌਜੀ ਸਤਪਾਲ ਸਿੰਘ ਜੀ ਅੱਜ ਸਾਡੇ ਸਟੂਡੀਓ ਆਏ ਹੋਏ ਨੇ, ਜਿਨ੍ਹਾਂ ਨੇ ਜੰਗ ਵਿੱਚ ਪਾਕਿਸਤਾਨ ਦੇ ਇੱਕ ਕੈਪਟਨ ਅਫਸਰ ਹੁੰਦਾ ਕੈਪਟਨ ਸਮੇਤ 4 ਫੌਜੀਆਂ ਨੂੰ ਸਿੱਧਾ 1 to 1 ਗਲੋਂ ਫੜ ਕੇ ਹਲਾਕ ਕੀਤਾ ਸੀ ਤੇ ਹਲਾਕ ਹੋਏ ਪਾਕਿਸਤਾਨੀ ਫੌਜੀ ਅਫਸਰ ਨੂੰ ਪਾਕਿਸਤਾਨ ਦੀ ਹਕੂਮਤ ਵੱਲੋਂ ਨਿਸ਼ਾਨੇ ਹੈਦਰ ਨਾਲ ਸਨਮਾਨਿਤ ਕੀਤਾ ਗਿਆ ਸੀ। ਸੋ ਮਿਲਾਉਂਦੇ ਹਾਂ ਤੁਹਾਨੂੰ ਵੀਰ ਚੱਕਰ ਵਿਜੇਤਾ ਸਿਪਾਹੀ ਸਤਪਾਲ ਸਿੰਘ ਨਾਲ, ਜਿਹੜੇ ਅੱਜ ਕੱਲ੍ਹ ਪੰਜਾਬ ਪੁਲਿਸ ਦੇ ਵਿੱਚ ਐਜ਼ ਟ੍ਰੈਫਿਕ ਆਫਿਸਰ ASI ਆਪਣੀਆਂ ਸੇਵਾਵਾਂ ਨਿਭਾ ਰਹੇ ਨੇ। ਸਤਪਾਲ ਸਿੰਘ ਜੀ ਸਟੂਡੀਓ ਤੇ ਆਉਣ ਤੇ ਜੀ ਆਇਆਂ ਨੂੰ ਵੈਲਕਮ। ਜੈ ਹਿੰਦ। ਧੰਨਵਾਦ ਜੀ, ਧੰਨਵਾਦ। ਜੈ ਹਿੰਦ। ਆਹ ਹੈ ਨਾ ਗੱਲ। ਤੇ ਸਭ ਤੋਂ ਪਹਿਲੇ ਜਿਹੜਾ ਮੇਰਾ ਸਵਾਲ ਹੈ ਨਾ, ਮੈਨੂੰ ਕਚੀਚੀਆਂ ਆਉਂਦੀਆਂ ਪਈਆਂ ਜਦੋਂ ਦਾ ਮੈਂ ਤੁਹਾਨੂੰ ਮਿਲਿਆ। ਮੇਰਾ ਦਿਲ ਕਰਦਾ ਕਿ ਮੈਨੂੰ ਪੂਰਾ ਉਹ ਸੀਨ ਤੁਸੀਂ ਸਮਝਾਓ ਕਿ ਕਿੱਦਾਂ ਤੁਹਾਡਾ ਆਮਣਾ ਸਾਹਮਣਾ ਹੋਇਆ, ਕੀ ਉਸ ਵੇਲੇ ਤੁਹਾਡੇ ਦਿਲ ਵਿੱਚ ਜਜ਼ਬਾ ਸੀ ਅਤੇ ਕਿੰਨਾ ਕੁ ਜੋਸ਼ ਸੀ, ਤਾਂ ਕਿ ਸਾਡੇ ਨੌਜਵਾਨ ਇਹ ਗੱਲ ਨੂੰ ਮਹਿਸੂਸ ਕਰਨ, ਸਮਝਣ ਅਤੇ ਉਹਨਾਂ ਅੰਦਰ ਵੀ ਇਹ ਜਜ਼ਬਾ ਹੋਰ ਜ਼ਿਆਦਾ ਵਧੇ ਅਤੇ ਅਸੀਂ ਦੇਸ਼ ਦੀ ਸੁਰੱਖਿਆ ਹੋਰ ਯਕੀਨੀ ਬਣਾ ਸਕੀਏ। ਕੀ ਹੋਇਆ ਸੀ, ਕਿੱਦਣ ਦੀ ਗੱਲ ਹੈ ਇਹ? ਆਪਾਂ ਸਾਰਿਆਂ ਨੂੰ ਪਤਾ ਹੈ ਜੀ, ਮਈ ਸਟਾਰਟਿੰਗ ਤੋਂ ਲੈ ਕੇ ਜੁਲਾਈ ਲਾਸਟ ਤੱਕ ਇਹ ਜਿਹੜਾ ਪੂਰਾ ਕਾਰਨਾਮਾ ਹੋਇਆ ਸੀਗਾ ਜਾਂ ਪਾਕਿਸਤਾਨ ਨੇ ਕੀਤਾ ਸੀਗਾ, ਬਹੁਤ ਹੀ ਨਿੰਦਣਯੋਗ ਹੈ ਜੀ। ਜੋ ਵੀ ਪਾਕਿਸਤਾਨ ਨੇ ਕੀਤਾ ਪਿੱਠ ਪਿੱਛੇ ਛੁਰਾ ਘੋਪਣ ਵਾਲੀ ਗੱਲ ਹੈ। ਇੱਕ ਜਦੋਂ ਬਰਫ਼ ਜ਼ਿਆਦਾ ਪੈ ਜਾਂਦੀ ਹੈ ਕਸ਼ਮੀਰ 'ਚ, ਉਦੋਂ ਮਾਹੌਲ ਹੀ ਉੱਥੇ ਇਹੋ ਜਿਹਾ ਬਣ ਜਾਂਦਾ ਕਿ ਇੰਡੀਅਨ ਆਰਮੀ ਨੂੰ ਉਸ ਟਾਈਮ ਛੱਡ ਕੇ ਥੋੜ੍ਹਾ ਥੱਲੇ ਆਉਣਾ ਪੈਂਦਾ ਸੀ, ਕਿਉਂਕਿ ਉੱਥੇ ਰਹਿਣ ਦਾ ਇੰਨਾ ਹੈ ਨਹੀਂ ਸੀ, ਸਥਿਤੀ ਠੀਕ ਨਹੀਂ ਸੀ ਜੀ। ਹੁਣ ਲੜਾਈ ਤੋਂ ਬਾਅਦ ਤਾਂ ਬਹੁਤ ਵਧੀਆ ਬਣਾਤੀ, ਜੇ ਇਹ ਪਹਿਲਾਂ ਹੀ ਬਣਾਈ ਹੁੰਦੀ ਤਾਂ ਇਹ ਸ਼ਾਇਦ ਨਾ ਹੀ ਹੁੰਦਾ ਇਹ। ਬਿਲਕੁਲ। ਜਦੋਂ ਆਪਾਂ ਛੱਡ ਕੇ ਥੱਲੇ ਆ ਜਾਂਦੇ ਸੀ ਉਸ ਟਾਈਮ ਪਾਕਿਸਤਾਨ ਆਪਣਾ ਏਅਰ ਡਰੋਪ ਕਰਕੇ ਉੱਥੇ ਡਰੋਪ ਹੋ ਗਿਆ, ਬੈਠ ਗਿਆ, ਮਤਲਬ ਕਿ ਆਪਣੇ ਜਾਣ ਤੋਂ ਪਹਿਲਾਂ। ਆਪਾਂ ਜਾਂਦੇ ਹਾਂ ਮਾਰਚ ਦੇ ਵਿੱਚ ਜੀ, ਉਹ ਦਸੰਬਰ ਜਨਵਰੀ ਦੇ ਵਿੱਚ ਏਅਰ ਡਰੋਪ ਕਰ ਗਿਆ ਤਾਂ ਕਬਜ਼ਾ ਕਰਕੇ ਬੈਠ ਗਿਆ। ਜਦੋਂ ਇੱਧਰ ਇੰਡੀਆ ਦੇ ਪਿੰਡਾਂ 'ਚ ਜਿੱਥੋਂ ਉਹਨਾਂ ਨੇ ਆ ਕੇ ਸਮਾਨ ਸਮੂਨ ਲੈ ਕੇ ਜਾਣਾ ਜਾਂ ਦੇਖੀ ਹਰਕਤ ਦੇਖੀ ਉਹਨਾਂ ਦੀਆਂ ਮਾੜੀਆਂ ਹਰਕਤਾਂ, ਫਿਰ ਪਿੰਡਾਂ ਦੇ ਲੋਕਾਂ ਨੇ ਰੌਲਾ ਪਾਇਆ ਤਾਂ ਫਿਰ ਆਪਣੀ ਸਰਕਾਰ ਦੇ ਕੰਨਾਂ ਤੱਕ ਆਵਾਜ਼ ਪਹੁੰਚੀ ਅਤੇ ਫਿਰ ਆਪਣੀ ਆਰਮੀ ਐਕਸ਼ਨ ਦੇ ਵਿੱਚ ਆਈ। ਤੁਸੀਂ ਕਿਹੜੇ ਰੈਜੀਮੈਂਟ ਦੇ ਵਿੱਚ ਸੀ? ਮੇਰੀ ਸਿੱਖ ਰੈਜੀਮੈਂਟ ਦੀ 8ਵੀਂ ਬਟਾਲੀਅਨ ਹੈ ਜੀ, 8 ਸਿੱਖ ਰੈਜੀਮੈਂਟ ਜੀ। ਅਤੇ ਫਿਰ ਤੁਹਾਡੀ ਕਦੋਂ ਉੱਥੇ ਪੋਸਟਿੰਗ ਹੋਈ? ਜੀ ਅਸੀਂ ਪਠਾਨਕੋਟ ਤੋਂ ਪੋਸਟਿੰਗ ਸਿੱਧੀ ਸਾਡੀ ਦਰਾਜ ਸੈਕਟਰ ਦੀ ਹੋਈ ਸੀਗੀ, ਔਰ ਉੱਥੇ ਉਸ ਟਾਈਮ ਬ੍ਰਿਗੇਡ ਕਮਾਂਡਰ ਮਹਿੰਦਰ ਪ੍ਰਤਾਪ ਸਿੰਘ ਜੀ ਬਾਜਵਾ ਬ੍ਰਿਗੇਡੀਅਰ ਸਾਹਿਬ ਸੀਗੇ, ਜਿਨ੍ਹਾਂ ਦੇ ਸਰਪ੍ਰਸਤ ਸਾਡੀ ਯੂਨਿਟ ਨੂੰ ਮਤਲਬ ਕਿ ਟਾਈਗਰ ਹਿੱਲ ਦਾ ਟਾਸਕ ਦਿੱਤਾ ਗਿਆ, ਟਾਈਗਰ ਹਿੱਲ ਕਲੀਅਰ ਕਰਨ ਦਾ ਜੀ, ਜਿੱਥੇ ਕਿ ਪਾਕਿਸਤਾਨ ਦਾ ਪਹਿਲਾਂ ਹੀ ਕਬਜ਼ਾ ਸੀ। ਔਰ ਟਾਈਗਰ ਹਿੱਲ ਇੱਕ ਇਹੋ ਜਿਹੀ ਪਹਾੜੀ ਸੀ ਸਾਰਿਆਂ ਨਾਲੋਂ ਮੇਨ
ਔਰ ਮਸ਼ਹੂਰ, ਜਿੱਥੋਂ ਕਿ ਲੇਹ ਕਾਰਗਲ ਦਾ ਰਸਤਾ ਉਹ ਕੱਟ ਆਫ ਕਰ ਸਕਦੇ ਸੀਗੇ, ਬਿਲਕੁਲ ਲਿੰਕ ਤੋੜ ਕੇ ਉਹ ਲੇਹ ਔਰ ਕਾਰਗਲ ਨੂੰ ਪਾਕਿਸਤਾਨ ਵਿੱਚ ਮਿਲਾ ਸਕਦੇ ਸੀ। ਮਤਲਬ ਕਿ ਹੋਰ ਸਾਰਾ ਕੁਝ ਉਹ ਛੱਡ ਸਕਦੇ ਸੀ। ਟਾਈਗਰ ਹਿੱਲ ਦਾ ਕਬਜ਼ਾ ਤਾਂ ਛੱਡਣਾ ਮਤਲਬ ਕਿ ਉਹਨਾਂ ਨੂੰ ਕਿਸੇ ਵੀ ਹਾਲਤ 'ਚ ਮਨਜ਼ੂਰ ਨਹੀਂ ਸੀ। ਤੇ ਜਦੋਂ ਇਹ ਗੱਲ ਹੋਈ ਆਪਣੇ ਸਤਪਾਲ ਸਿੰਘ ਜੀ ਬ੍ਰਿਗੇਡੀਅਰ ਸਾਹਿਬ ਨੇ ਤੁਹਾਨੂੰ ਇਕੱਠੇ ਕੀਤਾ ਹੋਏਗਾ ਪੂਰੇ ਯੂਨਿਟ ਨੂੰ, ਤੇ ਕੀ ਉਹਨਾਂ ਨੇ ਕਿਹਾ ਤੁਹਾਨੂੰ? ਉਹਨਾਂ ਨੇ ਬ੍ਰਿਗੇਡੀਅਰ MPS ਬਾਜਵਾ ਜੀ ਨੇ ਇਹੀ ਕਿਹਾ, ਮਤਲਬ ਕਿ ਹੌਸਲਾ ਅਫਜ਼ਾਈ ਕੀਤੀ ਕਿ ਆਪਾਂ ਸਾਰੇ ਪੰਜਾਬੀ ਆ, ਸਿੱਖ ਮੁੰਡੇ ਆ, ਤਾਂ ਬੜੇ ਮਾਣ ਦੀ ਗੱਲ ਆ ਕਿ ਤੁਹਾਡਾ ਕਮਾਂਡਰ ਵੀ ਸਿੱਖ ਆ, ਪੰਜਾਬੀ ਆ, ਤਾਂ ਆਪਣੇ ਵਾਸਤੇ ਬਹੁਤ ਸੁਨਹਿਰੀ ਮੌਕਾ ਹੈ ਨਾਮ ਕਮਾਉਣ ਦਾ। ਬਸ ਮਤਲਬ ਕਿ ਕਿੱਥੇ ਹੋਰ ਕਿਸੇ ਏਰੀਏ 'ਚ ਜਾਂ ਟਾਈਮ ਲੱਗ ਜਾਂਦਾ, ਸਾਲ ਜਾਂ 2 ਸਾਲ ਦੇ ਵਿੱਚ 2 4 ਜਾਂ 10 ਅੱਤਵਾਦੀ ਮਾਰਦੇ ਆ, ਇੱਥੇ ਆਪਾਂ ਨੂੰ ਇਹੋ ਜਿਹਾ ਮੌਕਾ ਮਿਲਿਆ ਕਿ ਆਪਾਂ 1 ਮਹੀਨੇ ਜਾਂ ਕੁਛ ਦਿਨਾਂ ਦੇ ਵਿੱਚ ਹੀ ਜਿੰਨਾ ਮਰਜ਼ੀ ਨਾਮ ਕਮਾ ਸਕਦੇ, ਮਤਲਬ ਇੱਥੇ ਥੋਕ 'ਚ ਮਾਰਨ ਦਾ ਮੌਕਾ ਮਿਲਿਆ। ਹਾਂ, ਤਾਂ ਉੱਥੇ ਕੁਛ ਪਾਉਣ ਦੇ ਲਈ ਖੋਣਾ ਵੀ ਪੈਂਦਾ ਜੀ, ਇਹ ਤਾਂ ਆਪਾਂ ਨੂੰ ਪਤਾ ਹੀ ਹੈ ਜੀ। ਮੈਂ ਇਹੀ ਸਵਾਲ ਪੁੱਛਣ ਲੱਗਾ ਸੀ ਸਤਪਾਲ ਸਿੰਘ ਜੀ, ਜਦੋਂ ਤਿਆਰੀ ਸ਼ੁਰੂ ਹੋ ਗਈ ਕਿ ਚੱਲੇ ਆ ਉੱਧਰ ਨੂੰ, ਤੇ ਪਤਾ ਹੁੰਦਾ ਹੈ ਕਿ ਦੁਸ਼ਮਣ ਆ ਅੱਗੇ, ਦੁਸ਼ਮਣ ਨੇ ਵੀ ਕੋਈ ਦੁਸ਼ਮਣ ਨੂੰ ਘੱਟ ਨਹੀਂ ਸਮਝਣਾ ਚਾਹੀਦਾ, ਤੇ ਜੇ ਮਾਰਨਾ ਆ ਤੇ ਮਰਨਾ ਵੀ ਪੈਣਾ। ਤੇ ਉਸ ਵੇਲੇ ਫਿਰ ਕੀ ਤੁਹਾਡੇ ਦਿਲ 'ਚ ਚੱਲ ਰਿਹਾ ਸੀ, ਤੇ ਬਾਕੀ ਦੇ ਤੁਹਾਡੇ ਸਾਥੀਆਂ ਦੇ ਦਿਲ 'ਚ ਕੀ ਚੱਲ ਰਿਹਾ ਸੀ? ਕੀ ਘਰ 'ਚ ਪਿੱਛੇ ਕੋਈ ਫੋਨ ਵਗੈਰਾ ਤੇ ਪਹਿਲੋਂ ਗੱਲ ਕੀਤੀ ਜਾਂ ਕੀ ਕੀਤਾ, ਜਿੱਦਾਂ ਫਿਲਮਾਂ 'ਚ ਦਿਖਾਉਂਦੇ ਆ? ਮੈਂ ਤਾਂ ਪੁੱਛਣਾ ਚਾਹੁੰਦਾ। ਨਹੀਂ ਜੀ, ਉੱਥੇ ਉਸ ਟਾਈਮ ਪਹਿਲੀ ਗੱਲ ਤਾਂ ਆਪਣੇ ਪਿੰਡਾਂ ਦੇ ਵਿੱਚ ਜਾਂ ਵੀ ਉਸ ਟਾਈਮ ਫੋਨ ਇੰਨੇ ਹੈ ਨਹੀਂ ਸੀਗੇ, ਬਹੁਤ ਘੱਟ ਸੀਗੇ। ਕਿਸੇ ਪਿੰਡ ਦੇ ਵਿੱਚ 1 ਅੱਧਾ, ਜਾਂ ਉੱਥੇ ਵੀ STDਆਂ ਇੱਧਰ ਆਪਣੇ ਪੰਜਾਬ 'ਚ ਤਾਂ ਚਲੋ STDਆਂ ਸੀਗੀਆਂ, ਸ਼ਹਿਰਾਂ ਦੇ ਵਿੱਚ ਹੈਗੀਆਂ ਸੀਗੀ, ਸੁਵਿਧਾ ਸੀਗੀ STDਆਂ ਦੀ, ਉੱਥੇ ਤਾਂ ਕੋਈ ਸੁਵਿਧਾ ਨਹੀਂ ਸੀ ਜੀ। ਫਿਰ ਪੋਸਟਾਂ ਦੇ ਉੱਤੇ ਜਾਂ ਆਪਣੇ ਨਾਲ ਤਾਂ ਕੋਈ ਫੋਨ ਫਾਨ ਇੰਨੇ ਹੈ ਨਹੀਂ ਸੀਗੇ ਉਦੋਂ, ਮੋਬਾਈਲ ਵਗੈਰਾ ਦੀ ਸੁਵਿਧਾ ਬਿਲਕੁਲ ਨਹੀਂ ਸੀ ਜੀ। ਤਾਂ ਬਾਕੀ ਰਹੀ ਗੱਲ ਕਿਵੇਂ ਲੱਗਿਆ ਆਪਾਂ ਨੂੰ ਲੜਾਈ ਦਾ ਜਾਂ ਮਾਹੌਲ, ਜਾਂ ਪਰਿਵਾਰ ਨੂੰ ਛੱਡ ਕੇ, ਉਸ ਟਾਈਮ ਆਪਾਂ ਨੂੰ ਪਰਿਵਾਰ ਆਪਣਾ ਯੂਨਿਟ ਹੀ ਜਿਹੜੀ ਹੁੰਦੀ ਆ ਉਹੀ ਆਪਣਾ ਪਰਿਵਾਰ ਹੁੰਦਾ। ਤਾਂ ਜਿਹੜਾ ਪਿਛਲਾ ਪਰਿਵਾਰ ਹੁੰਦਾ ਉਹ ਤਾਂ ਬਸ ਪਰਮਾਤਮਾ ਦੇ ਸਹਾਰੇ ਆਪਾਂ ਛੱਡ ਦਿੰਦੇ ਹਾਂ ਜੀ। ਹੁਣ ਆਪਾਂ ਜਦੋਂ ਦੇਸ਼ ਦੀ ਸੇਵਾ ਕਰਦੇ ਹਾਂ ਜੀ, ਤਾਂ ਪਿਛਲੇ ਪਰਿਵਾਰ ਦਾ ਤਾਂ ਪਰਮਾਤਮਾ ਹੀ ਰਾਖਾ ਹੁੰਦਾ ਹੈ ਜੀ। ਕੀ ਬਾਤ। ਤਾਂ ਉਹਦੇ ਭਰੋਸੇ ਛੱਡ ਕੇ ਅਸੀਂ ਆਪਾਂ ਦੇਸ਼ ਦੀ ਸੇਵਾ ਕਰਦੇ ਹਾਂ, ਆਪਣੀ ਜਿੰਦ ਜਾਨ ਦੇਸ਼ ਦੇ ਲਿਖੇ ਲਾਉਂਦੇ ਹਾਂ, ਤਾਂ ਰਿਜ਼ਲਟ ਵੀ ਵਧੀਆ ਮਿਲਦਾ ਜੀ। ਬਿਲਕੁਲ। ਤੇ ਫਿਰ ਕਦੋਂ ਕੂਚ ਕੀਤਾ ਤੇ ਕਿੰਨੇ ਸੀ ਤੁਹਾਡੇ ਨਾਲ ਸਾਥੀ ਜਦੋਂ ਤੁਸੀਂ ਟਾਈਗਰ ਹਿੱਲਸ ਵੱਲ ਗਏ? ਤਕਰੀਬਨ ਅਸੀਂ ਮਈ ਦੀ ਸਟਾਰਟਿੰਗ 'ਚੋਂ ਸ਼ੁਰੂ ਹੋਇਆ ਜੀ। ਪਹਿਲਾ ਫਾਇਰ ਸਾਡੇ 'ਤੇ 14 ਮਈ ਨੂੰ ਬਰਿਓ ਕੰਪਨੀ 'ਤੇ ਆਇਆ ਜੀ। ਦੂਜਾ ਅਟੈਕ 21 ਮਈ ਨੂੰ ਡੈਲਟਾ ਕੰਪਨੀ 'ਤੇ ਹੋਇਆ ਜੀ। ਮਤਲਬ ਕਿ ਦੋਵੇਂ ਕੰਪਨੀਆਂ ਬਿਲਕੁਲ ਲਾਗੇ ਟਾਈਗਰ ਹਿੱਲ 'ਤੇ ਜਾ ਕੇ ਨਹੀਂ ਪਹੁੰਚ ਸਕੀਆਂ। ਟਾਈਗਰ ਹਿੱਲ 'ਤੇ ਜਦੋਂ ਹਾਈਟ 'ਤੇ ਬੈਠਾ ਹੋਏ ਦੁਸ਼ਮਣ, ਤਾਂ ਉੱਥੇ ਤਾਂ ਇੱਕ ਬੰਦਾ 10 ਬੰਦਿਆਂ ਨੂੰ ਰੋਕ ਸਕਦਾ, ਉਹ ਤਾਂ ਫਿਰ ਪਤਾ ਨਹੀਂ ਕਿੰਨਾ ਕੁ ਦੁਸ਼ਮਣ ਸੀਗਾ ਜੀ। ਤਾਂ ਕੰਪਨੀ ਦੀ ਨਫਰੀ ਤਾਂ ਉਹਨਾਂ ਦੇ ਅੱਗੇ ਕੁਛ ਵੀ ਨਹੀਂ ਸੀ ਜੀ। ਉਹਨਾਂ ਨੇ ਸਾਰਾ ਇਹ ਵੈਪਨ, ਹੈਵੀ ਵੈਪਨ, ਜਿੱਧਰੋਂ ਕੰਪਨੀ ਚੜ੍ਹਨ ਲੱਗਦੀ ਸੀ ਉੱਧਰ ਹੀ ਡਿਪਲਾਈ ਕਰ ਦਿੰਦੇ ਸੀਗੇ। ਜਦੋਂ ਕੰਪਨੀ 50 ਮੀਟਰ ਜਾਂ 100 ਮੀਟਰ ਤੱਕ ਰਹਿ ਜਾਂਦੀ ਸੀ, ਉਸ ਟਾਈਮ ਉਹਨਾਂ ਨੇ ਫਾਇਰ ਖੋਲ੍ਹ ਦੇਣਾ ਉੱਤੋਂ। ਤਾਂ ਇਸ ਕਰਕੇ ਮਤਲਬ ਕਿ ਕਾਫੀ ਨੁਕਸਾਨ ਝੱਲਣਾ ਪਿਆ। 14 ਮਈ ਵਾਲੇ ਦਿਨ ਵੀ 5-6 ਸ਼ਹੀਦੀਆਂ ਔਰ ਕੈਜੁਅਲਟੀਆਂ 6-7, ਔਰ 21 ਮਈ ਵਾਲਾ ਤਾਂ ਸੀਨ ਕੁਛ ਲੱਗ ਹੀ ਆ। ਮਤਲਬ ਕਿ ਉਹ ਤਾਂ ਬਿਲਕੁਲ ਹੀ ਉਹਨਾਂ ਦੇ ਪੋਸਟ ਦੇ ਥੱਲੇ ਸੀਗਾ ਜੀ। 2 ਡੈੱਡ ਬੋਡੀਆਂ ਤਾਂ ਸਾਡੀਆਂ ਮਤਲਬ ਕਿ ਉੱਥੇ ਰਹਿ ਹੀ ਗਈਆਂ ਸੀ, ਉਹ ਚੱਕ ਹੀ ਨਹੀਂ ਸਕੇ। ਰਾਤ ਨੂੰ ਜਾਂਦੇ ਸੀ, ਮਤਲਬ ਕਿ ਲੱਭਦੀਆਂ ਨਹੀਂ ਸੀ, ਬਰਫ਼ ਦੇ ਵਿੱਚ ਹੀ ਉਹ ਉਰਾਂ ਪਰਾਂ ਹੋ ਗਈਆਂ। ਉਹ ਇੱਕ ਨਵੇਂ ਲੈਫਟੀਨੈਂਟ ਸਾਹਿਬ ਸੀਗੇ, ਭੱਟਾਚਾਰੀਆ ਲੈਫਟੀਨੈਂਟ ਕਲਕੱਤੇ ਦੇ ਸੀਗੇ, ਉਹਨਾਂ ਦੀ ਡੈੱਡ ਬੋਡੀ ਜੀ। ਤਾਂ ਇੱਕ ਸਾਡਾ ਸਿਪਾਹੀ ਮੇਜਰ ਸਿੰਘ ਗੁਰਦਾਸਪੁਰ ਦੇ ਸੀਗੇ, ਇਹਨਾਂ ਦੀ ਡੈੱਡ ਬੋਡੀ। ਲਾਸਟ ਜਦੋਂ ਲੜਾਈ ਫਿਨਿਸ਼ ਹੋਈ ਹੈ ਜੀ 10-12 ਜੁਲਾਈ ਤੋਂ ਬਾਅਦ, ਜੁਲਾਈ ਨੂੰ ਇਹ ਅਸੀਂ ਚੱਕੀਆਂ ਨੇ ਡੈੱਡ ਬੋਡੀਆਂ, ਪੂਰੇ 2 ਮਹੀਨਿਆਂ ਦੇ ਬਾਅਦ। ਉਸ ਤਰ੍ਹਾਂ ਹੀ ਸੀਗੀਆਂ, ਬਰਫ਼ ਦੇ ਵਿੱਚ ਪਈਆਂ। ਜਿਹੜੇ ਅਫਸਰ ਸੀਗੇ ਲੈਫਟੀਨੈਂਟ ਸਾਹਿਬ, ਉਹਨਾਂ ਦੀ ਘੜੀ ਚੱਲ ਰਹੀ ਸੀ ਗੁੱਟ 'ਤੇ, ਬੈਲਟ ਦੇ ਨਾਲ ਉਹਨਾਂ ਦੇ ਕੈਮਰਾ ਵੀ ਰੱਖਿਆ ਹੋਇਆ ਸੀਗਾ, ਬਾਕੀ ਸਾਰਾ ਕੁਝ ਠੀਕ ਸੀਗਾ। ਲੇਕਿਨ ਬਹੁਤ ਮੁਸ਼ਕਿਲ ਸਥਿਤੀ ਹੁੰਦੀ ਹੈ ਜਦੋਂ ਡੈੱਡ ਬੋਡੀ ਹੀ ਨਾ ਮਿਲੇ ਨਾ, ਤਾਂ ਆਪਣੇ ਸਾਥੀ ਦੀ ਬਿਲਕੁਲ, ਤਾਂ ਉਹਦੇ ਘਰਦਿਆਂ ਨੂੰ ਇੱਕ ਜਵਾਬ ਦੇਣਾ ਬਹੁਤ ਮੁਸ਼ਕਿਲ ਹੋ ਜਾਂਦਾ। ਬਿਲਕੁਲ। ਜੇ ਕੋਈ ਪੁੱਛਦਾ ਉਹਦੇ ਘਰ ਦਾ, ਤਾਂ ਇਹੀ ਦੱਸਦੇ ਹਾਂ ਵੀ ਤੁਹਾਡਾ
ਮੁੰਡਾ ਠੀਕ ਠਾਕ ਹੈ ਜੀ ਤੁਹਾਡਾ ਜਵਾਨ, ਠੀਕ ਆ ਵੀ ਆ ਲੜਾਈ ਤੋਂ ਬਾਅਦ ਛੁੱਟੀ ਆਊਗਾ। ਤੇ ਫਿਰ ਤੁਹਾਡਾ ਆਮੋ ਸਾਹਮਣਾ ਕਦੋਂ ਹੋਇਆ? ਸਾਡਾ ਆਮੋ ਸਾਹਮਣਾ ਜੀ ਹੋਇਆ, ਇੱਕ ਟੀਮ ਬਣਾਈ ਗਈ ਜਦੋਂ ਇਹ ਕੰਪਨੀਆਂ ਸਾਡੀਆਂ ਨੂੰ ਮਤਲਬ ਕਿ ਬਹੁਤ ਮੁਸ਼ੱਕਤ ਕਰਨ ਦੇ ਬਾਵਜੂਦ ਵੀ ਸਫਲਤਾ ਨਹੀਂ ਮਿਲੀ। ਫਿਰ ਇੱਕ ਘਾਤਕ ਟੀਮ ਇੱਕ ਸਪੈਸ਼ਲ ਬਣਾਈ ਗਈ ਜੀ, ਕਮਾਂਡੋ ਪਲਾਟੂਨ ਹੁੰਦੀ ਉਹ, ਉਹਦੇ ਵਿੱਚ 2 ਅਫਸਰ, 4 JCO ਅਤੇ 46 OR ਸਾਰੇ ਵਧੀਆ ਜਵਾਨ ਉਹਦੇ 'ਚ ਚੁਣ ਕੇ ਪਾਏ ਜਾਂਦੇ ਨੇ ਜੀ। ਅਤੇ ਉਹ ਸਾਨੂੰ ਫਿਰ ਟਾਸਕ ਦਿੱਤਾ ਗਿਆ, ਟਾਈਗਰ ਹਿੱਲ ਨੂੰ ਕੂਚ ਕੀਤਾ ਗਿਆ। ਅਸੀਂ ਕੀਤਾ ਜੀ ਇਹ 4 ਜੁਲਾਈ ਨੂੰ ਅਸੀਂ ਕੂਚ ਕੀਤਾ ਟਾਈਗਰ ਹਿੱਲ ਨੂੰ। ਟਾਈਗਰ ਹਿੱਲ ਦੇ ਨਾਲ ਇੱਕ ਵੈਸੇ ਤਾਂ ਕਾਫੀ ਪੋਸਟਾਂ ਸੀਗੀਆਂ ਉਹਨਾਂ ਦੀਆਂ, ਚਾਰਲੀ ਫੀਚਰ, ਟ੍ਰਿਗਾਈਟ, ਹੈਲਮਟ, ਰੋਕੀਨੋਪ। ਹਾਂਜੀ। ਤਾਂ ਜਿਹੜਾ ਟਾਈਗਰ ਹਿੱਲ ਦੇ ਨਾਲ ਜਿੱਧਰੋਂ ਦੀ ਇੱਧਰੋਂ ਦੀ ਉਹਨਾਂ ਦੀ ਸਾਰੀ ਇਹ ਪੋਸਟਾਂ ਤੋਂ ਉਹਨਾਂ ਦਾ ਆਉਂਦਾ ਸੀਗਾ ਲਿੰਕ ਜੀ। ਬਿਲਕੁਲ ਟਾਈਗਰ ਹਿੱਲ ਦੇ ਨਾਲ ਸੀਗੀ ਹੈਲਮਟ। ਪਹਿਲਾ ਅਟੈਕ ਅਸੀਂ ਹੈਲਮਟ 'ਤੇ ਕੀਤਾ ਜੀ 5 ਤਰੀਕ ਨੂੰ, 5 ਜੁਲਾਈ ਨੂੰ। ਉੱਥੇ ਜਿਹੜਾ ਉਹਨਾਂ ਦੇ ਸੀਗੇ 4-5 ਮਾਰਤੇ, ਬਾਕੀ ਭੱਜ ਭੁੱਜ ਗਏ। ਜਿਹੜਾ ਉਹਨਾਂ ਦਾ ਕਮਿਊਨੀਕੇਸ਼ਨ ਸੀਗਾ ਟੈਲੀਫੋਨ ਜਾਂ ਵਾਇਰਲੈਸ ਦਾ, ਉੱਥੋਂ ਕੱਟ ਅਪ ਕਰਤਾ ਟੈਲੀਫੋਨ ਦਾ ਕਮਿਊਨੀਕੇਸ਼ਨ, ਤਾਰ ਤੂਰ ਵੱਢਤੀ। ਤਾਂ ਉਹਨਾਂ ਦਾ ਕਨੈਕਸ਼ਨ ਜਦੋਂ ਟੁੱਟ ਗਿਆ ਫਿਰ ਉਹ ਥੋੜ੍ਹਾ ਜਿਹਾ ਹਫੜਾ ਦਫਲੀ ਮੱਚ ਗਈ ਉਹਨਾਂ 'ਚ ਵੀ ਅਸੀਂ ਫਸ ਗਏ। ਫਿਰ ਉਹਨੇ ਪਿੱਛੇ ਵਾਇਰਲੈਸ ਰਾਹੀਂ ਮੈਸੇਜ ਲਾਇਆ ਕਿ ਕਾਊਂਟਰ ਅਟੈਕ ਭੇਜੋ, ਨਹੀਂ ਤਾਂ ਅਸੀਂ ਟਾਈਗਰ ਹਿੱਲ ਛੱਡਣ ਵਾਸਤੇ ਤਿਆਰ ਹਾਂ। ਅੱਛਾ ਜੀ। ਵੀ ਨਹੀਂ ਤਾਂ ਸਾਨੂੰ ਛੱਡਣੀ ਪੈਣੀ ਹੈ। ਵੀ ਇੰਡੀਆ ਆਰਮੀ ਨੇ, ਇਹ ਸਿੱਖ ਆਰਮੀ ਨੇ ਸਾਨੂੰ ਚਾਰੋਂ ਤਰਫ ਤੋਂ ਘੇਰਾ ਪਾ ਲਿਆ। ਅੱਛਾ ਜੀ। ਵੀ ਅਸੀਂ ਬਿਲਕੁਲ ਭੈੜੇ ਤਰੀਕੇ ਨਾਲ ਫਸ ਗਏ ਹਾਂ, ਵੀ ਕਾਊਂਟਰ ਅਟੈਕ ਭੇਜੋ। ਹੋ ਸਕਦਾ ਵੀ ਕਾਊਂਟਰ ਅਟੈਕ ਦੇ ਨਾਲ ਇਹ ਡਰ ਜਾਣ ਜਾਂ ਪਿੱਛੇ ਹਟ ਜਾਣ। ਹਾਂਜੀ। ਤਾਂ ਆਪਣਾ ਕਬਜ਼ਾ ਬਣਿਆ ਰਹੇ। ਲੇਕਿਨ ਜਦੋਂ ਇਹ 6 ਤਰੀਕ ਨੂੰ ਸਵੇਰੇ 5 ਵਜੇ ਸਾਡੇ 'ਤੇ ਇਹ ਕਾਊਂਟਰ ਅਟੈਕ ਆਇਆ। ਕਾਊਂਟਰ ਅਟੈਕ 5 ਵਜੇ ਇੰਨਾ ਤਕਰੀਬਨ 4-5 ਹਜ਼ਾਰ ਮਿਲੀਟੈਂਟ ਔਰ ਆਰਮੀ ਮਿਕਸ ਸੀਗੀ ਉਹਨਾਂ ਦੀ ਪਾਕਿਸਤਾਨ ਦੀ ਜੀ। ਔਰ ਉਹ ਵੀ ਕਾਊਂਟਰ ਅਟੈਕ ਇਸ ਹਿਸਾਬ ਨਾਲ ਮੂਵ ਕਰਦੇ ਆ ਰਹੇ ਆ, ਜਦੋਂ ਉਹ ਫਾਇਰ ਕਰਦੇ ਆ ਉਦੋਂ ਪੋਜੀਸ਼ਨ ਲੈ ਲੈਂਦੇ ਆ ਜੀ। ਫਿਰ ਖੜੇ ਹੋ ਕੇ ਉਹ ਮਾਰਚ ਕਰਦੇ ਆ ਜੀ। ਆਪਰੇਟਰ ਉਹਨਾਂ ਦਾ ਫਾਇਰ ਐਂਡ ਮੂਵ ਦੀ ਪਲੈਨਿੰਗ ਇਹੋ ਜਿਹੀ ਹੁੰਦੀ ਹੈ ਜੀ। ਫਿਰ ਆਪਰੇਟਰ ਦੱਸਦਾ ਮੂਵ ਕਰੋ, ਜਦੋਂ ਫਾਇਰ ਕਰਾਉਣ ਲੱਗਦਾ ਆਪਰੇਟਰ ਫਾਇਰ, ਉਦੋਂ ਪੋਜੀਸ਼ਨ, ਫਿਰ ਮੂਵ। ਇਸ ਤਰੀਕੇ ਨਾਲ ਫਾਇਰ ਐਂਡ ਮੂਵ ਦੇ ਤਰੀਕੇ ਨਾਲ ਉਹ ਸਾਡੇ ਤੱਕ ਪਹੁੰਚੇ। ਔਰ ਉੱਪਰੋਂ ਇਹ ਸਾਰੀਆਂ ਪੋਸਟਾਂ ਦਾ ਵੀ ਫਾਇਰ ਆ ਰਿਹਾ ਸੀਗਾ। ਸਾਡੇ ਸਿਰ ਤਾਂ ਪੂਰੇ ਦੱਬੇ ਹੋਏ ਸੀਗੇ ਬਿਲਕੁਲ। ਜਦੋਂ ਲਾਗੇ ਆ ਕੇ ਉਹਨਾਂ ਦਾ ਅਟੈਕ ਜੈ ਅਕਬਰ ਵਾਲੀ ਬੋਲੇ ਉਹ ਜਕਾਰੇ ਉਹਨਾਂ ਨੇ ਆਪਣੇ ਪਾਕਿਸਤਾਨ ਵਾਲੇ ਛੱਡੇ, ਤਾਂ ਉੱਧਰੋਂ ਸਾਡੇ ਮੁੰਡੇ ਵੀ ਤਿਆਰ ਪਰ ਤਿਆਰ ਬੈਠੇ ਸੀ ਪਹਿਲਾਂ ਹੀ ਜੀ। ਔਰ ਸਾਡੇ ਨਾਲ ਇੱਕ ਸੂਬੇਦਾਰ ਨਿਰਮਲ ਸਿੰਘ, ਉਹਨਾਂ ਜਕਾਰੇ ਵਧੀਆ ਬੁਲਾਏ। ਗੁਰੂ ਗੋਬਿੰਦ ਸਿੰਘ ਨੇ ਆਪਣਾ ਪਰਿਵਾਰ ਵਾਰਤਾ, ਆਪਣੇ ਪੂਰਾ ਦੇਸ਼ ਵਾਸਤੇ, ਕੌਮ ਵਾਸਤੇ ਜੀ ਧੱਬਾ ਨਹੀਂ ਲੱਗਣ ਦਿੱਤਾ। ਅਤੇ ਨਾਲ ਦੀ ਨਾਲ ਉਹ 84 ਆਰਲ ਦਾ ਰੌਂਦ ਭਰਦੇ ਗਏ ਜੀ। ਤਾਂ ਇੱਕ ਨੈਕ ਸਾਹਿਬ ਫਾਇਰ ਕਰ ਰਹੇ ਸੀਗਾ। ਇਸੇ ਦੌਰਾਨ ਭਰਦੇ ਭਰਦੇ ਉਹਨਾਂ ਦੇ ਸਿਰ ਦੇ ਵਿੱਚ ਇੱਕ ਸਨੈਪਰ ਦਾ ਰੌਂਦ ਲੱਗਿਆ, ਜੋ ਕਿ ਟਾਈਗਰ ਹਿੱਲ ਤੋਂ ਫਾਇਰ ਹੋਇਆ ਸੀ। ਤਾਂ ਉਹ ਸ਼ਹੀਦ ਹੋ ਗਏ ਜੀ। ਉਹਨਾਂ ਦੀ ਸ਼ਹੀਦੀ ਤੋਂ ਬਾਅਦ ਸਾਡੇ ਮੁੰਡਿਆਂ ਨੇ ਇੰਨੇ ਜਕਾਰੇ ਛੱਡੇ ਔਰ ਇਹੋ ਜਿਹਾ ਯੁੱਧ ਕੀਤਾ ਕਿ ਇੰਨੀ ਹਫੜਾ ਦਫੜੀ ਮੱਚ ਗਈ ਉਹਨਾਂ ਦੇ ਕਾਊਂਟਰ ਅਟੈਕ ਦੇ ਵਿੱਚ। ਕਾਫੀ ਜ਼ਿਆਦਾ ਉਹਨਾਂ ਨੂੰ ਨੁਕਸਾਨ ਝੱਲਣਾ ਪਿਆ, ਜਿਹਦੇ ਦੌਰਾਨ ਮੈਨੂੰ ਵੀ AK-47 ਦਾ ਬ੍ਰੈਸਟ ਲੱਗਿਆ 4 ਗੋਲੀਆਂ ਦਾ ਜੀ। ਤਾਂ ਮੈਂ ਵੀ ਫਾਇਰ ਕੀਤਾ ਔਰ ਜ਼ਖਮੀ ਹੋਣ ਦੇ ਬਾਵਜੂਦ ਮਤਲਬ ਕਿ 4 ਪਾਕਿਸਤਾਨੀਆਂ ਨੂੰ ਮੈਂ ਮਾਰਿਆ। ਸਾਡੇ ਮੋਰਚੇ ਦੇ ਵਿੱਚ ਹੀ, ਜਿੱਥੇ ਸਾਡੀਆਂ ਡੈੱਡ ਬੋਡੀਆਂ ਪਈਆਂ ਸੀ, ਉਸੇ ਮੋਰਚੇ ਦੇ ਵਿੱਚ ਉਹ ਬੈਠੇ ਸੀਗੇ 4 ਜੀ। ਤਾਂ ਉਸ ਟਾਈਮ ਤਾਂ ਕੀ ਪਤਾ ਲੱਗਦਾ ਵੀ ਇਹ ਕੌਣ ਨੇ ਜਾਂ ਕੀ ਰੈਂਕ ਆ। ਜਦੋਂ ਬਾਅਦ ਵਿੱਚ ਖਤਮ ਹੋਣ ਤੋਂ ਬਾਅਦ ਦੇਖਿਆ ਗਿਆ ਉਹਨਾਂ ਦੇ ਪ੍ਰੂਫ 'ਚੋਂ, ਫਿਰ ਪਤਾ ਲੱਗਿਆ ਵੀ ਇਹ ਇਹਨਾਂ ਦਾ ਕੈਪਟਨ ਕਰਨੈਲ ਸ਼ੇਰ ਖਾਂ, ਨਾਲ ਉਹਦਾ ਆਪਰੇਟਰ। ਕੀ ਨਾਮ ਸੀ ਦੱਸਿਆ ਤੁਸੀਂ? ਕੈਪਟਨ ਕਰਨੈਲ ਸ਼ੇਰ ਖਾਂ ਜੀ, ਜਿਨ੍ਹਾਂ ਨੂੰ ਪਾਕਿਸਤਾਨ ਨੇ ਨਿਸ਼ਾਨੇ ਹੈਦਰ ਅਵਾਰਡ ਵੀ ਦਿੱਤਾ ਜੀ। ਜਦ ਕਿ ਪਹਿਲਾਂ ਤਾਂ ਉਹ ਲੈਣ ਤੋਂ ਹੀ ਬੋਡੀਆਂ ਇਨਕਾਰ ਕਰ ਰਹੇ ਸੀ ਕਿ ਸਾਡੀ ਆਰਮੀ ਨਹੀਂ, ਇਹ ਮਿਲੀਟੈਂਟ ਨੇ। ਜਦੋਂ ਉਹਨਾਂ ਦੇ ਪ੍ਰੂਫ ਨਾਲ ਦਿਖਾਏ ਗਏ, ਫਿਰ 2 ਅਫਸਰ ਉਹਨਾਂ ਦੇ ਮਾਰੇ ਗਏ ਸੀਗੇ ਇਸ ਯੁੱਧ ਦੇ ਵਿੱਚ। ਘੰਟਾ ਇੱਕ ਚੱਲੀ ਪੂਰੀ ਇਹ
ਗੁੱਥਮ ਗੁੱਥਾ ਲੜਾਈ। ਅੱਛਾ ਜੀ। ਕੈਪਟਨ ਕਰਨੈਲ ਸ਼ੇਰ ਖਾਂ ਤੇ ਇੱਕ ਸੀਗਾ ਮੇਜਰ ਇਕਬਾਲ। ਅੱਛਾ ਜੀ। ਤੀਜਾ ਇੱਕ ਮਰਿਆ ਸੀਗਾ ਉਹਨਾਂ ਦਾ ਅਫਸਰ ਕੈਪਟਨ ਹਮੀਦ, ਲੇਕਿਨ ਉਹਦੀ ਪਛਾਣ ਨਹੀਂ ਹੋ ਸਕੀ ਸੀ, ਦੋਨਾਂ ਦੀ ਪਛਾਣ ਹੋ ਸਕੀ ਸੀ। ਉਹ ਕੈਪਟਨ ਹਮੀਦ ਦੇ ਚਾਚਾ ਜੀ ਦਾ ਬਾਅਦ ਵਿੱਚ ਲੈਟਰ ਆਇਆ ਸੀਗਾ ਵੀ ਤੁਹਾਡੇ ਅਟੈਕ ਦੇ ਵਿੱਚ 8 ਸਿੱਖ ਦੇ ਵਿੱਚ ਮੇਰਾ ਭਤੀਜਾ ਸੀਗਾ ਇੱਧਰੋਂ ਕੋਈ, ਲੇਕਿਨ ਉਹਨੂੰ ਇਹੀ ਜਵਾਬ ਦਿੱਤਾ ਸੀ ਕਿ ਸਾਨੂੰ ਉਹਦੀ ਪਛਾਣ ਨਹੀਂ ਹੋ ਸਕਦਾ, ਕਿ ਕੋਈ ਪ੍ਰੂਫ ਨਾ ਮਿਲਿਆ ਹੋਵੇ, ਉਹਦੀ ਜੇਬ 'ਚੋਂ ਨਵਾਂ ਸੀਗਾ ਉਹ ਭਰਤੀ ਹੋਇਆ ਅਫਸਰ ਜੀ। ਅਤੇ ਇਸ ਕਰਕੇ ਇਹਨਾਂ ਦੋਵਾਂ ਦੀਆਂ ਡੈੱਡ ਬੋਡੀਆਂ ਉੱਥੋਂ ਸ਼੍ਰੀਨਗਰ ਤੋਂ ਦਿੱਲੀ ਤੋਂ ਲਾਹੌਰ ਭੇਜੀਆਂ ਗਈਆਂ ਸੀ ਔਰ ਸੇਫ ਲੈ ਕੇ ਆਏ ਸੀਗੇ। ਫੈਸਿਲਿਟੀ ਪੂਰੀ ਸੇਫਟੀ ਦੇ ਨਾਲ, ਉੱਪਰੋਂ ਪੋਸਟ ਤੋਂ ਡੈੱਡ ਬੋਡੀ ਲਿਆਉਣੀ ਬਹੁਤ ਮੁਸ਼ਕਿਲ ਹੁੰਦੀ ਆ। ਅੱਛਾ, ਤੁਸੀਂ ਇਹ ਦੱਸੋ ਕਿ ਤੁਹਾਡੇ AK-47 ਦੀਆਂ 4 ਗੋਲੀਆਂ ਵੱਜੀਆਂ ਹੋਈਆਂ। ਜੀ 4 ਗੋਲੀਆਂ। ਔਰ ਤੁਸੀਂ ਗੁੱਥਮ ਗੁੱਥਾ ਵਾਲੀ ਲੜਾਈ ਉੱਥੇ ਕਰ ਰਹੇ ਹੋ, ਜਿਹੜੇ 4 ਫੌਜੀ ਆਲਰੇਡੀ ਤੁਹਾਡੇ ਹੀ ਪੋਸਟ ਦੇ ਉੱਤੇ ਆ ਕੇ ਬੈਠੇ ਹੋਏ ਆ। ਇਹ ਕਿੱਦਾਂ ਹੋਇਆ? ਇਹ ਇੱਕ ਸੀਨ ਇਹੋ ਜਿਹਾ ਉਸ ਟਾਈਮ ਤਾਂ ਇਹੋ ਜਿਹਾ ਹੀ ਹੁੰਦਾ, ਜਦੋਂ ਜ਼ਖਮੀ ਹੋ ਗਏ ਹਾਂਜੀ ਤਾਂ ਮਨ ਦੇ ਵਿੱਚ ਇੱਕ ਇਹੋ ਜਿਹਾ ਸੋਚ ਹੀ ਇਹੋ ਜਿਹੀ ਆਉਂਦੀ ਹੈ ਵੀ ਪਰਮਾਤਮਾ ਹੁਣ ਆਪਣਾ ਤਾਂ ਬਚਣ ਦਾ ਕੋਈ ਉਪਰਾਲਾ ਨਹੀਂ ਹੈਗਾ ਹੈ, ਵੀ ਇਹੋ ਜਿਹੀ ਸਥਿਤੀ ਇਹੋ ਜਿਹੀ ਹੈ ਵੀ ਪਰਿਵਾਰ ਦਾ ਤੂੰ ਹੀ ਰੱਖਾਂ, ਤੂੰ ਹੀ ਬੱਚਿਆਂ ਦਾ ਦੇਖ ਰੇਖ ਹੈ, ਤੂੰ ਹੀ ਉਹਨਾਂ 'ਤੇ ਹੱਥ ਰੱਖਣਾ। ਇੰਨਾ ਸੋਚ ਕੇ ਫਿਰ ਇੱਕ ਮਨ ਦੇ ਵਿੱਚ ਜਜ਼ਬਾ ਜਿਹਾ ਆਉਂਦਾ ਵੀ ਬਚਣਾ ਤਾਂ ਹੈ ਨਹੀਂ, ਹੈਂ ਹੁਣ ਫਸੇ ਆ, ਵੀ ਕਰ ਲੈ ਜੋ ਕਰ ਸਕਦਾ ਹੁਣ, ਹੈਂ ਵੀ ਹੁਣ ਤੂੰ ਤਾਂ ਹੈ ਨਹੀਂ ਰਹਿਣਾ, ਵੀ ਜੋ ਕਰ ਸਕਦਾ ਕਰ ਲਾ। ਇਹ ਸੋਚ ਕੇ ਖੜੇ ਹੋਏ ਤੇ ਗੁੱਥਮ ਗੁੱਥਾ ਫਾਇਰ ਵੀ ਕੀਤਾ, ਗੁੱਥਮ ਗੁੱਥਾ ਲੜਾਈ ਵੀ, ਔਰ ਉਹਦੇ ਵਿੱਚ ਸਾਡੀ ਵਧੀਆ ਸਫਲਤਾ ਮਿਲੀ ਜੀ। ਜਦੋਂ ਅਫਸਰ ਉਹਨਾਂ ਦੇ ਮਾਰੇ ਗਏ ਫਿਰ ਉਹਨਾਂ ਦੇ ਜਵਾਨ ਨਹੀਂ ਖੜਦੇ ਹੈਗੇ ਜੀ। ਪਾਕਿਸਤਾਨ ਦਾ ਇਹ ਸਟਾਈਲ ਹੈ ਜੀ ਉਹਨਾਂ ਦਾ, ਅਫਸਰ ਦੇ ਸਿਰ ਤੇ ਹੀ ਉਹ ਲੜਾਈ ਲੜਦੇ ਆ। ਜਦੋਂ ਉਹਨਾਂ ਦੇ ਅਫਸਰ ਮਾਰੇ ਜਾਣ ਫਿਰ ਉਹ ਦੌੜ ਲੈਂਦੇ ਆ ਜੀ ਉਹ, ਹੈਂ ਪੂੰਛ ਚੱਕ ਕੇ। ਉਹੀ ਉੱਥੇ ਹੋਇਆ ਜਦੋਂ ਅਫਸਰ ਮਾਰੇ ਗਏ ਜਾਂ ਉਹਨਾਂ ਦਾ ਜ਼ਿਆਦਾ ਮਾਰੇ ਗਏ ਤਾਂ ਫਿਰ ਉਹਨਾਂ ਨੇ ਭੱਜਣਾ ਸ਼ੁਰੂ ਕਰਤਾ। ਉਸ 1 ਘੰਟੇ ਦੀ ਲੜਾਈ ਦੇ ਵਿੱਚ ਸਾਡੇ ਦੋਨੋਂ ਅਫਸਰ ਵੀ ਜ਼ਖਮੀ ਹੋ ਗਏ ਹਾਂਜੀ, ਤੇ 4 ਜੇਸੀਆਂ ਦੇ ਵਿੱਚੋਂ 3 ਸ਼ਹੀਦ ਹੋ ਗਏ ਜੀ। ਸੂਬੇਦਾਰ ਨਿਰਮਲ ਸਿੰਘ, ਨਾਇਬ ਸੂਬੇਦਾਰ ਕਰਨੈਲ ਸਿੰਘ, ਨਾਇਬ ਸੂਬੇਦਾਰ ਰਵੇਲ ਸਿੰਘ ਜੀ। ਮੇਜਰ ਸਾਹਿਬ ਸੀਗੇ ਰਵਿੰਦਰ ਕੁਮਾਰ ਮੇਜਰ, ਉਹ ਵੀ ਸ਼ਹੀਦ ਹੋ ਗਏ ਸੀਗੇ। ਇੱਕ ਸੀਗੇ RK ਸ਼ਰਾਵਤ ਲੈਫਟੀਨੈਂਟ, ਉਹ ਵੀ ਜ਼ਖਮੀ ਹੋ ਗਏ ਸੀਗੇ। ਦੋਨੋਂ ਅਫਸਰ ਜ਼ਖਮੀ, ਤੇ ਇਹ 3 JCO ਤੇ 15 OR ਜੀ। 3 JCO 15 OR ਸਾਡੇ ਸ਼ਹੀਦ ਹੋਏ ਸੀਗੇ, ਔਰ ਜਿਹੜੇ ਬਾਕੀ ਰਹਿ ਗਏ ਸੀਗੇ ਜਵਾਨ ਉਹ ਵੀ ਸਾਰੇ ਜ਼ਖਮੀ ਸੀਗੇ ਜੀ, ਸਾਰੇ ਹੀ ਜ਼ਖਮੀ ਸੀਗੇ। ਔਰ ਉਹਨਾਂ ਦੀਆਂ ਉਸ ਟਾਈਮ ਘੱਟੋ ਘੱਟ ਵੀ 80 ਡੈੱਡ ਬੋਡੀਆਂ ਸੀਗੀਆਂ। ਅੱਛਾ ਜੀ, ਜਿਹੜੇ ਤੁਸੀਂ ਮਾਰੇ ਮਤਲਬ ਕਿ ਜਿਹੜੇ 1 ਘੰਟੇ ਦੇ ਵਿੱਚ 80 ਉਹਨਾਂ ਦੀਆਂ ਤਾਂ 18 ਸਾਡੀਆਂ, ਮਤਲਬ ਕਿ 100 ਦੇ ਏੜ-ਗੇੜ 'ਚ ਸੀਗੀਆਂ ਜੀ। ਅੱਛਾ, ਇਹ ਦੱਸੋ ਕਿ ਜਦੋਂ ਤੁਸੀਂ ਜ਼ਖਮੀ ਹੋ ਚੁੱਕੇ ਸੀ, ਸਾਹਮਣੇ ਦੁਸ਼ਮਣ ਨਜ਼ਰ ਆ ਰਿਹਾ ਸੀ ਬਿਲਕੁਲ ਕੋਲ, ਜਿਹਨੂੰ ਹੱਥ ਨਾਲ ਵੀ ਫੜਿਆ ਜਾ ਸਕੇ, ਤੁਸੀਂ ਫਿਰ ਕਿਸੇ ਹਥਿਆਰ ਨਾਲ ਉਹਨਾਂ ਨੂੰ ਮਾਰਿਆ ਜਾਂ ਤੁਸੀਂ ਜਿਵੇਂ ਗੱਲ ਕਰ ਰਹੇ ਹੋ ਕਿ ਗੁੱਥਮ ਗੁੱਥਾ ਵਾਲੀ ਲੜਾਈ ਵੀ ਹੋਈ? ਫਾਇਰ ਕੀਤਾ, 2 ਮੈਗਜ਼ੀਨ ਕੱਢੇ, ਲੇਕਿਨ ਫਿਰ ਵੀ ਮਨ ਦੇ ਵਿੱਚ ਇੱਕ ਹੁੰਦਾ ਵੀ ਕਿਤੇ ਇਹ ਜਿੰਦਾ ਨਾ ਹੋਏ, ਵੀ ਮਚਲਿਆ ਪਿਆ ਹੋਏ, ਹੋ ਸਕਦਾ ਗਰਨੇਡ ਸਿੱਟ ਦੇ ਆਪਣੇ ਤਾਂ ਨੁਕਸਾਨ ਹੋ ਜੇ, ਉਹਦੇ ਨਾਲ ਫਿਰ ਜਾ ਕੇ ਮਰਿਆਂ ਤੇ ਫੜ ਕੇ ਉਹਨਾਂ ਨੂੰ ਖਿੱਚ ਕੇ ਧੂ ਕੇ ਪਲਟ ਕੇ ਫਿਰ ਦੁਬਾਰਾ ਵੀ ਉਹਨਾਂ ਦੇ ਗੋਲੀਆਂ ਮਾਰੀਆਂ ਗਈਆਂ। ਮਤਲਬ ਮੈਗਜ਼ੀਨ ਖਾਲੀ ਕੀਤੇ ਪੂਰੇ, ਲੋਹਾ ਭਰਿਆ ਪੂਰਾ ਸਿੱਕਾ। ਉਹਨਾਂ ਨੇ ਵੀ ਬਹੁਤ ਗਲਤ ਸਾਡੀਆਂ ਡੈੱਡ ਬੋਡੀਆਂ ਦੇ ਨਾਲ ਕੀਤਾ ਸੀਗਾ ਜੀ। ਸ਼ਹੀਦ ਹੋਣ ਦੇ ਬਾਵਜੂਦ ਮੁੰਡਿਆਂ ਦੇ ਉਹਨਾਂ ਨੇ ਮਤਲਬ ਕਿ ਬੇਲਚਿਆਂ ਨਾਲ ਜਾਂ ਬੈਂਟਾਂ ਨਾਲ ਮੂੰਹ ਤੇ ਦੁਬਾਰਾ ਕੱਟ ਮਾਰੇ, ਕੱਟ ਅਟੈਕ ਕੀਤੇ, ਮਤਲਬ ਕਿ ਬਹੁਤ ਬੇਅਦਬੀ ਵਾਂਗ ਡੈੱਡ ਬੋਡੀਆਂ ਦੀ ਕੀਤੀ ਜੀ। ਇਹ ਜੋ ਵੀ ਚਲੋ ਉਹਨਾਂ ਦੀ ਸੋਚ ਆ, ਵੈਸੇ ਇਹ ਲੜਾਈ ਦੇ ਰੂਲ ਦੇ ਬਰਖਲਾਫ ਆ ਬਿਲਕੁਲ। ਸ਼ਹੀਦ ਦਾ ਸਨਮਾਨ ਕੀਤਾ ਜਾਂਦਾ ਜੀ, ਕਿਸੇ ਵੀ ਕੋਈ ਵੀ ਉਹ ਕਿਸੇ ਵੀ ਦੇਸ਼ ਦਾ ਸ਼ਹੀਦ ਹੁੰਦਾ, ਉਹਦਾ ਸਨਮਾਨ ਕਰਨਾ ਚਾਹੀਦਾ। ਬਿਲਕੁਲ ਤੁਸੀਂ ਸਹੀ ਕਿਹਾ, ਜੋ ਪਾਕਿਸਤਾਨ ਨਹੀਂ ਕਰਦਾ। ਹਾਂ, ਤੇ ਆਪਣੇ ਸਤਪਾਲ ਸਿੰਘ ਜੀ, ਫਿਰ ਕਦੋਂ ਜਿਹੜਾ ਤੁਹਾਨੂੰ ਇਹ ਸਨਮਾਨ ਮਿਲਿਆ ਵੀਰ ਚੱਕਰ, ਤੁਸੀਂ ਵਿਜੇਤਾ ਬਣੇ ਜੀ? ਉਸ ਟਾਈਮ ਤਾਂ ਰਿਕਮੈਂਡ ਸਾਡੀ ਹੋਈ ਸੀਗੀ, ਪਰਮਵੀਰ ਚੱਕਰ ਵਾਸਤੇ ਗਏ ਸੀਗੇ ਨਾ
ਮੇਰਾ ਔਰ ਸੂਬੇਦਾਰ ਨਿਰਮਲ ਸਿੰਘ ਦਾ, ਜਿਨ੍ਹਾਂ ਨੇ ਹਲਾਸ਼ੇਰੀ ਦਿੱਤੀ, ਜਕਾਰੇ ਬੁਲਾਏ ਜੀ, ਸ਼ਹੀਦ ਹੋ ਗਏ ਸੀ। ਹਾਂਜੀ, ਤਾਂ ਚਲੋ ਵੀਰ ਚੱਕਰ ਮਿਲਿਆ, ਇਹ ਬਹੁਤ ਖੁਸ਼ੀ ਦੀ ਗੱਲ ਆ, ਨਾਲੇ ਜਾਨ ਬਚ ਗਈ। ਬਿਲਕੁਲ ਬਿਲਕੁਲ, ਇਹ ਬੜੀ ਵੱਡੀ ਗੱਲ ਆ। 4 ਗੋਲੀਆਂ ਖਾ ਕੇ ਵੀ ਸ਼ੇਰ ਜਵਾਨ ਫਿਰ 4 ਨੂੰ ਮਾਰ ਕੇ ਆਇਆ। 1 ਗੋਲੀ ਦਾ 1 ਮਾਰਿਆ। ਅਪ੍ਰੈਲ 2000 ਦੇ ਵਿੱਚ ਇਹ ਅਵਾਰਡ ਦਿੱਤਾ ਗਿਆ ਜੀ। ਕਿਆ ਬਾਤ ਹੈ ਜੀ, ਬਹੁਤ ਬਹੁਤ ਮੁਬਾਰਕਾਂ ਪਹਿਲੇ ਤੇ ਇਸ ਅਵਾਰਡ ਵਾਸਤੇ, ਕਿਉਂਕਿ ਕਹਿੰਦੇ ਨੇ ਮਾਂ ਭਾਰਤੀ ਦੇ ਲਾਲ ਤਾਂ ਸਾਰੇ ਹੀ ਤਿਆਰ ਰਹਿੰਦੇ ਨੇ ਦੁਸ਼ਮਣ ਦੇ ਦੰਦ ਖੱਟੇ ਕਰਨ ਲਈ, ਪਰ ਜਿਹੜੀ ਗੱਲ ਹੁੰਦੀ ਆ ਕਿ ਵੀਰ ਚੱਕਰ ਕਿਹਦੀ ਛਾਤੀ 'ਤੇ ਸੱਜਦਾ ਹੈ, ਇਹ ਬੜੀ ਮਾਣ ਵਾਲੀ ਗੱਲ ਆ। ਤੁਸੀਂ 4 ਗੋਲੀਆਂ ਖਾਧੀਆਂ ਅਤੇ 4 ਫੜ ਕੇ ਮਾਰੇ ਔਰ ਪੂਰੇ ਬਰਸਟ ਖਾਲੀ ਕੀਤੇ, ਦਿਲ ਦੀ ਤਮੰਨਾ ਕੀਤੀ ਪੂਰੀ, ਔਰ ਕਿੰਨੀਆਂ ਦੁਆਵਾਂ ਲਈਆਂ ਪੂਰੇ 130 ਕਰੋੜ ਹਿੰਦੁਸਤਾਨੀਆਂ ਦੀਆਂ। ਇਹ ਤੋਂ ਵੱਡਾ ਵੀ ਮੈਡਲ ਕੋਈ ਹੋ ਹੀ ਨਹੀਂ ਸਕਦਾ। ਹੁਣ ਅਗਲੀ ਗੱਲ ਕਰਦੇ ਹਾਂ ਕਿ ਤੁਸੀਂ ਫਿਰ ਆਰਮੀ ਨੂੰ ਛੱਡ ਕੇ ਅਤੇ ਪੰਜਾਬ ਪੁਲਿਸ 'ਚ ਆਏ, ਔਰ ਪੰਜਾਬ ਪੁਲਿਸ 'ਚ ਬਤੌਰ ਕਾਂਸਟੇਬਲ ਆਪਣੀ ਜੌਬ ਸ਼ੁਰੂ ਕੀਤੀ। ਪਰ ਜਿਵੇਂ ਪਤਾ ਲੱਗਾ ਤੁਹਾਡੇ ਐਡੇ ਵੱਡੇ ਬਹਾਦਰੀ ਨਾਲ ਭਰੇ ਕਾਰਨਾਮੇ ਦਾ, ਅਤੇ ਤੁਹਾਨੂੰ ਹੁਣ ASI ਬਣਾ ਦਿੱਤਾ ਗਿਆ, ਅਤੇ ਟ੍ਰੈਫਿਕ ਦੇ ਵਿੱਚ ਤੁਸੀਂ ਆਪਣੀਆਂ ਸੇਵਾਵਾਂ ਨਿਭਾ ਰਹੇ ਹੋ ਜੀ। ਫੌਜ, ਮੈਂ ਪੁੱਛਣਾ ਇਹ ਚਾਹੁੰਦਾ ਕਿ ਫੌਜ ਨੇ ਤੁਹਾਨੂੰ ਮਤਲਬ ਜਿਹੜਾ ਫਾਰਿਗ ਕਰ ਦਿੱਤਾ, ਰਿਟਾਇਰ ਕਰ ਦਿੱਤਾ, ਜਾਂ ਤੁਸੀਂ ਆਪਣੀ ਮਰਜ਼ੀ ਨਾਲ ਫਿਰ ਫੌਜ ਛੱਡ ਦਿੱਤੀ? ਜੀ ਰਿਟਾਇਰਮੈਂਟ ਮੈਂ ਆਪਣੀ ਮਰਜ਼ੀ ਨਾਲ ਲੈ ਕੇ ਆਇਆ ਸੀਗਾ 18 ਸਾਲ ਕਰਕੇ, ਔਰ ਮੇਰੀ ਸੋਚ ਵੀ ਇਹ ਸੀਗੀ ਜੀ ਵੀ ਆਪਾਂ ਦੇਸ਼ ਦੀ ਸੇਵਾ ਕਰ ਲਈ, ਲੜਾਈ ਵੀ ਲੜ ਲਈ ਇੰਡੀਅਨ ਆਰਮੀ ਦੇ ਵਿੱਚ ਰਹਿ ਕੇ, ਹੁਣ ਆਪਾਂ ਅਵਾਰਡ ਦੇ ਤੌਰ ਤੇ ਕੋਈ ਆਪਾਂ ਨੂੰ ਵਧੀਆ ਜੌਬ ਆਪਣੀ ਸਟੇਟ 'ਚ ਮਿਲੇਗਾ ਜੀ। ਲੇਕਿਨ ਐਸਾ ਕੁਛ ਨਹੀਂ ਹੋਇਆ। ਜਿਵੇਂ ਵੀ ਆਪਾਂ ਕਾਂਸਟੇਬਲ ਭਰਤੀ ਹੋਏ, ਉਹ ਐਕਸਮੈਨ ਮਤਲਬ ਕਿ ਰਿਟਾਇਰਮੈਂਟ ਦੇ ਖਾਤੇ ਦੇ ਵਿੱਚ ਹੋਏ 13% ਕੋਟਾ, ਉਹਦੇ ਵਿੱਚ ਅਵਾਰਡ ਦਾ ਕੋਈ ਬੈਨੀਫਿਟ ਨਹੀਂ ਮਿਲਿਆ ਉੱਥੇ। ਉਦੋਂ ਉਸ ਟਾਈਮ ਨਿਰਾਸ਼ਾ ਵੀ ਮਿਲੀ ਜੀ। ਤਾਂ ਚਲੋ ਜਿਵੇਂ ਜਿਵੇਂ ਸਰਕਾਰਾਂ ਦੀ ਵੀ ਕਈ ਮਜਬੂਰੀਆਂ ਹੁੰਦੀਆਂ ਨੇ ਜੀ, ਹੌਲੀ ਹੌਲੀ ਇਹਨਾਂ ਦੀ ਨੌਲੇਜ, ਕੈਪਟਨ ਸਾਹਿਬ ਨੇ ਇੱਕ ਬੁੱਕ ਲਿਖੀ ਸੀਗੀ, ਉਹਦੇ ਵਿੱਚ ਲਾਈਆਂ ਹੋਈਆਂ ਨੇ, ਸਾਡੀ ਹਿਸਟਰੀ ਲਿਖੀ ਹੋਈ ਹੈ ਜੀ। ਫੋਟੋ ਇਹਨਾਂ ਦਿਖਾਈ, ਉਹਨਾਂ ਬੁੱਕ ਦਿੱਤੀ, ਮੈਨੂੰ ਬੜੀ ਖੁਸ਼ੀ ਹੋਈ ਜੀ। ਕੈਪਟਨ ਸਾਹਿਬ ਦੀ ਨੌਲੇਜ ਦੇ ਵਿੱਚ ਇਹ ਪਹਿਲਾਂ ਵੀ ਸੀਗਾ ਹੀ ਇਹ ਕੇਸ, ਔਰ ਕੈਪਟਨ ਸਾਹਿਬ CM ਸਾਹਿਬ ਸਾਡੀ ਰੈਜੀਮੈਂਟ ਦੇ ਹੀ ਆ। ਬਹੁਤ ਵਧੀਆ ਗੱਲ ਆ, ਬਹੁਤ ਵਧੀਆ CM ਨੇ, ਅਤੇ ਬਹੁਤ ਵਧੀਆ ਕੈਪਟਨ ਹੈ ਜੀ ਇਹ। ਜੋ ਵੀ ਮਿਲਿਆ ਮੈਨੂੰ ਬਹੁਤ ਖੁਸ਼ੀ ਦੀ ਗੱਲ ਆ। ਲਾਸਟ ਮੈਂ ਸੈਂਟਰ ਸਰਕਾਰ ਨੂੰ ਇਹੀ ਕਹਿਣਾ ਚਾਹਾਂਗਾ ਕਿ ਜਿਹੜੇ ਵੀ 71 ਦੇ ਪਾਕਿਸਤਾਨ ਨੇ ਬੰਦੀ ਬਣਾਏ ਹੋਏ ਆ ਕੈਦੀ ਜੀ, ਕੁਛ ਕਾ 50-52 ਕਾ, ਅੱਧੇ ਕਿਤਾਬ ਉਹਨਾਂ 'ਚੋਂ ਵਿਚਾਰੇ ਰੱਬ ਨੂੰ ਪਿਆਰੇ ਹੋ ਗਏ ਹੋਣੇ ਨੇ ਜੀ, ਉਹਨਾਂ ਦੀ ਰਿਹਾਈ ਬਾਰੇ ਕੋਈ ਜ਼ਿਕਰ ਨਹੀਂ ਕਰਦੀ। ਉਹਨਾਂ ਨੂੰ ਸ਼ਹੀਦੀ ਕਰਾਰ ਦੇ ਕੇ ਇਹਨਾਂ ਨੇ ਪੈਨਸ਼ਨਾਂ ਲਾ ਦਿੱਤੀਆਂ ਹੋਈਆਂ ਜੀ, ਆਪਣਾ ਫਰਜ਼ ਪੂਰਾ ਕਰਤਾ ਹੋਇਆ, ਲੇਕਿਨ ਉਹਨਾਂ ਦੇ ਘਰਦਿਆਂ ਨੂੰ ਅਜੇ ਵੀ ਉਡੀਕ ਹੈ। ਜਿਨ੍ਹਾਂ ਦਾ ਘਰ ਦਾ ਮੈਂਬਰ ਇੱਕ ਇੰਡੀਅਨ ਆਰਮੀ ਦੇ ਵਿੱਚ ਜੋਬ ਕਰਦਾ ਹੋਵੇ ਔਰ ਲੜਾਈ ਲੜੀ ਹੋਵੇ, ਉਹਨੂੰ ਕੋਈ ਦੇਸ਼ ਬੰਦੀ ਬਣਾ ਲੇ ਜੀ, ਤੇ ਉਹਦੇ ਘਰਦਿਆਂ ਦੇ ਕੀ ਬੀਤਦੀ ਹੈ ਤਾਂ ਤੁਸੀਂ ਅੰਦਾਜ਼ਾ ਲਾ ਹੀ ਸਕਦੇ ਹੋ। ਬਿਲਕੁਲ ਬਿਲਕੁਲ, ਤੁਸੀਂ ਸਹੀ ਕਹਿ ਰਹੇ ਹੋ। ਅਸੀਂ ਜਜ਼ਬਾਤ ਸਮਝਦੇ ਹਾਂ ਉਹਨਾਂ ਪਰਿਵਾਰਾਂ ਦੇ ਵੀ, ਤੇ ਉਹਨਾਂ ਫੌਜੀਆਂ ਦੇ ਵੀ, ਤੇ ਨਾਲ ਤੁਹਾਡੇ ਵੀ। ਅੱਛਾ ਸਿਪਾਹੀ ਸਤਪਾਲ ਸਿੰਘ ਜੀ, ਇੱਕ ਵਾਰੀ ਫੇਰ ਇਸ ਵੇਲੇ ਪਾਕਿਸਤਾਨ ਕਾਰਗਿਲ ਵਰਗੀਆਂ ਸ਼ਰਾਰਤਾਂ ਦੁਬਾਰਾ ਕਰ ਰਿਹਾ ਹੈ, ਤੇ ਜੇ ਰੱਬ ਨਾ ਕਰੇ ਮੌਕਾ ਮਿਲੇ, ਕੋਈ ਭੀੜ ਬਣੇ, ਤੇ ਤੁਹਾਨੂੰ ਫੇਰ ਕਿਹਾ ਜਾਵੇ ਕਿ ਤੁਹਾਡੇ ਕੋਲ ਤਜਰਬਾ ਬੜਾ ਪਾਕਿਸਤਾਨੀਆਂ ਨੂੰ ਕੁੱਟਣ ਦਾ, ਤੇ ਤੁਹਾਨੂੰ ਜਾਣਾ ਚਾਹੀਦਾ, ਤੁਸੀਂ ਜਾਓਗੇ ਜਾਂ ਨਹੀਂ? ਗੱਲ ਇਸ ਤਰ੍ਹਾਂ ਹੈ ਜੀ, ਪਹਿਲੀ ਗੱਲ ਤਾਂ ਪਾਕਿਸਤਾਨ ਲਿਚਕੜੀਚੀਆਂ ਕਰਦਾ, ਇਹਦੀ ਆਦਤ ਆ। ਹਾਂਜੀ। ਬਾਕੀ ਇਹਦੇ ਵਿੱਚ ਲੜਨ ਦਾ ਇੰਨਾ ਜਜ਼ਬਾ ਹੈ ਨਹੀਂ। ਅੱਛਾ। ਨਾ ਤਾਕਤ ਹੈਗੀ ਹੈ। ਇਹ ਜਿਵੇਂ ਕੋਈ ਆਪਣਾ ਪਿੰਡ ਦੇ ਵਿੱਚ ਕੋਈ ਮਾੜਾ ਬੰਦਾ ਹੁੰਦਾ, ਉਹ ਲਿਚਕੜੀਚੀਆਂ ਕਰਦਾ, ਸ਼ਰਾਰਤ ਕਰਕੇ ਪਿੱਛੇ ਭੱਜ ਜਾਣਾ ਉਹਨੇ, ਲੜਾ ਦੇਣਾ, ਪੰਗਾ ਪਾ ਕੇ ਪਿੱਛੇ ਹਟ ਜਾਣਾ, ਉਹ ਹਿਸਾਬ ਇਹਦਾ। ਇਹ ਲਿਚਕੜੀਚੀਆਂ ਕਰਦਾ, ਬਾਕੀ ਲੜਨ ਦਾ ਜਜ਼ਬਾ ਹੈ ਨਹੀਂ। ਜੇ ਸਾਨੂੰ ਹੁਕਮ ਮਿਲੇਗਾ ਤਾਂ ਅਸੀਂ ਤਿਆਰ ਬਰ ਤਿਆਰ ਹਾਂ। ਇਹ ਨਹੀਂ ਵੀ 60 ਸਾਲ ਉਮਰ ਤੱਕ, ਜਦੋਂ ਤੱਕ ਸਾਡੇ ਸਾਹ ਹੈਗੇ ਆ, ਸਾਨੂੰ ਇੰਡੀਅਨ ਆਰਮੀ ਬੁਲਾਏਗੀ ਤਾਂ ਅਸੀਂ ਲੜਨ ਵਾਸਤੇ ਤਿਆਰ ਹਾਂ। ਤਿਆਰ ਬਰ ਤਿਆਰ ਹਾਂ 24 ਘੰਟੇ, ਕਦੀ ਵੀ ਹੁਕਮ ਮਿਲੇ ਤਾਂ ਅਸੀਂ ਰੈਡੀ ਹਾਂ। ਤੁਹਾਡੇ ਜਜ਼ਬੇ ਨੂੰ ਸਲਾਮ ਹੈ, ਸਲੂਟ ਹੈ ਸਾਡਾ। ਤੇ ਪਰ ਇੱਕ ਜਿਹੜਾ ਮੇਰਾ ਹੋਰ ਸਵਾਲ ਆ ਵੀ ਉਦੋਂ ਤੇ ਤੁਸੀਂ ਮਾਰੇ 4, ਤੇ ਹੁਣ ਜੇ ਮੌਕਾ ਮਿਲਿਆ ਤੇ ਕੋਈ ਪੁਰਾਣੀ ਤਮੰਨਾ ਰਹਿੰਦੀ ਤੇ ਨਹੀਂ ਬਾਕੀ ਵੀ ਹੁਣ ਕਿੰਨੇ ਮਾਰਨੇ ਆ?
ਨਹੀਂ ਜੀ, ਹੁਣ ਤਾਂ ਵੱਧ ਤੋਂ ਵੱਧ ਹੀ ਕੰਮ ਖਿੱਚਾਂਗੇ ਵੀ ਦੁਬਾਰਾ। ਪਹਿਲੀ ਗੱਲ ਤਾਂ ਇਹ ਮੂੰਹ ਨਹੀਂ ਕਰਦਾ ਜੀ। ਉਹ ਜਿਹੜੀ ਲੜਾਈ ਸੀਗੀ ਉਹ ਇੱਕ J&K ਦੇ ਵਿੱਚ ਪਹਾੜੀ ਇਲਾਕੇ 'ਚ ਜਿੱਥੇ ਇਹ ਉੱਤੇ ਆ ਕੇ ਬਹਿ ਗਿਆ ਸੀ, ਉੱਥੋਂ ਇਹਨੂੰ ਖਦੇੜਿਆ। ਲੇਕਿਨ ਹੁਣ ਜਿਹੜੀਆਂ ਲੜਾਈਆਂ ਹੋਣਗੀਆਂ ਉਹ ਤਾਂ ਇੱਧਰਲੇ ਬਾਰਡਰਾਂ ਤੋਂ 24 ਘੰਟਿਆਂ ਦੇ ਵਿੱਚ ਲਾਹੌਰ 'ਤੇ ਕਬਜ਼ਾ ਕਰ ਸਕਦੀ ਹੈ। ਇੰਡੀਅਨ ਆਰਮੀ 24 ਘੰਟਿਆਂ ਦੇ ਵਿੱਚ ਲਾਹੌਰ ਨੂੰ ਆਪਣੇ ਕਬਜ਼ੇ 'ਚ ਲੈ ਸਕਦੀ ਹੈ, ਔਰ ਇਹਨੂੰ ਬਹੁਤ ਭੈੜੀ ਹਾਰ ਦਾ ਸਾਹਮਣਾ ਕਰਨਾ ਪਊਗਾ। ਬਾਕੀ ਮੇਰੀ ਲਾਟ ਸਰਕਾਰ, ਆਪਣੀ ਸੈਂਟਰ ਸਰਕਾਰ ਔਰ ਪੰਜਾਬ ਸਰਕਾਰ ਅੱਗੇ ਇਹੀ ਬੇਨਤੀ ਹੈ ਵੀ ਜਿਹੜੀਆਂ ਇਹ ਜੋਬ ਸ਼ਹੀਦਾਂ ਦੇ ਬੱਚਿਆਂ ਨੂੰ ਜਾਂ ਅਵਾਰਡ ਵਾਲਿਆਂ ਦੇ ਬੱਚਿਆਂ ਨੂੰ, ਇਹਨਾਂ ਦੀ ਇੱਕ ਸਕੀਮ ਵੀ ਹੈ, ਪਾਲਿਸੀ ਕੱਢੀ ਹੋਈ ਹੈ, ਗ੍ਰੈਟੀਟਿਊਡ ਹੈ, ਹੋਨਰ ਐਂਡ ਗ੍ਰੈਟੀਟਿਊਡ ਹੈ। ਉਹਦੇ ਵਿੱਚ ਇਹ ਸਿਰਫ ਵਾਰ ਹੀਰੋਜ਼ ਜਾਂ ਵਾਰ ਦੇ ਸ਼ਹੀਦ ਨੇ ਜਿਹੜੇ ਉਹਨਾਂ ਦੇ ਬੱਚਿਆਂ ਵਾਸਤੇ ਆ, ਉਹਨਾਂ ਨੂੰ ਰੱਖਿਆ ਜਾਵੇ ਤਾਂ ਵਧੀਆ ਹੋਵੇਗਾ ਜੀ। ਬਿਲਕੁਲ, ਜਿੰਨਾ ਵੀ ਵੱਧ ਤੋਂ ਵੱਧ ਸਾਡੇ ਫੌਜੀਆਂ ਨੂੰ ਸਹੂਲਤਾਂ ਮਿਲ ਸਕਣ। ਅਸੀਂ ਤੇ ਹਮੇਸ਼ਾ ਇਸੇ ਗੱਲ ਦੇ ਮੁੱਦੇ ਹੀ ਰਹੇ ਹਾਂ ਕਿ ਸਾਡੀ ਫੌਜ ਹੈ, ਜਵਾਨ ਨੇ ਤਾਂ ਹੀ ਅਸੀਂ ਸੁਰੱਖਿਅਤ ਹਾਂ, ਤੇ ਜਵਾਨਾਂ ਨੂੰ, ਉਹਨਾਂ ਦੇ ਪਰਿਵਾਰਾਂ ਨੂੰ, ਉਹਨਾਂ ਦੀਆਂ ਸ਼ਹਾਦਤਾਂ ਨੂੰ ਸਲਾਮ ਕਰਨਾ ਚਾਹੀਦਾ ਹੈ। ਸੋ ਸਤਪਾਲ ਸਿੰਘ ਜੀ ASI ਸਾਹਿਬ, ਔਰ ASI ਤੋਂ ਵੀ ਵੱਡੀ ਗੱਲ ਮਾਂ ਭਾਰਤੀ ਦੇ ਸਪੂਤ ਨੂੰ ਸਾਡਾ ਸਲਾਮ ਕਰਦੇ ਹੋਏ ਤੁਹਾਡੇ ਤੋਂ ਹੁਣ ਆਗਿਆ ਚਾਹਾਂਗੇ। ਤੁਹਾਡਾ ਸ਼ੁਕਰੀਆ ਅਦਾ ਕਰਾਂਗੇ ਕਿ ਤੁਸੀਂ ਸਾਡੇ ਸਟੂਡੀਓ 'ਚ ਆਏ ਔਰ ਦਿਲ ਖੋਲ੍ਹ ਕੇ ਆਪਣਾ ਉਹ ਤਜਰਬਾ ਦੱਸਿਆ ਜਿਹੜਾ ਸ਼ਾਇਦ ਹੋਰ ਕੋਈ ਨਾ ਦੱਸ ਸਕਦਾ, ਕਿ ਇੱਕ ਫੌਜੀ ਵੀਰ ਨੇ ਕਿੱਦਾਂ ਜਜ਼ਬੇ ਦੇ ਨਾਲ 4 ਗੋਲੀਆਂ ਸੀਨੇ ਵਿੱਚ ਖਾਣ ਤੋਂ ਬਾਅਦ 4 ਪਾਕਿਸਤਾਨ ਦੇ ਫੌਜੀਆਂ ਨੂੰ, ਉਹਨਾਂ ਦੇ ਅਫਸਰਾਂ ਨੂੰ ਮਾਰ ਮੁਕਾਇਆ, ਤੇ ਮਾਂ ਭਾਰਤੀ ਦਾ ਤੇ ਭਾਰਤ ਵਾਸੀਆਂ ਦਾ ਸਿਰ ਮਾਣ ਨਾਲ ਉੱਚਾ ਕੀਤਾ। ਅੱਜ ਕੱਲ੍ਹ ਦੇ ਯੂਥ ਜਿਵੇਂ ਇਹ ਨਸ਼ਿਆਂ ਵੱਲ ਤੁਰੇ ਜਾਂਦੇ ਆ, ਮੈਂ ਉਹਨਾਂ ਨੂੰ ਇਹੀ ਬੇਨਤੀ ਕਰਾਂਗਾ ਕਿ ਆਪਦੇ ਇਹ ਥੋੜ੍ਹਾ ਜਿਹਾ ਫਿਜ਼ੀਕਲ ਟੈਸਟ ਦੇ ਕੇ ਤਾਂ ਚੱਲਦੀ ਹੈ ਭਰਤੀ ਇਹਨਾਂ ਦੇ ਵਿੱਚ, ਆਪਦਾ ਟਰਾਈ ਕਰਿਆ ਕਰਨਾ। ਬਹੁਤ ਹੀ ਸੋਹਣਾ ਰਸਤਾ ਇਹਨਾਂ ਵਾਸਤੇ ਇੰਡੀਅਨ ਆਰਮੀ ਜੁਆਇਨ ਕਰਨ ਦਾ, ਅਤੇ ਬਹੁਤ ਵਧੀਆ ਜੋਬ ਆ। ਤਾਂ ਜਦੋਂ ਕਿਸੇ ਦੀ ਆਈ ਉਹਨੇ ਮਰਨਾ ਤਾਂ ਹੈ ਹੀ ਹੈ, ਕਿਤੇ ਵੀ ਮਰਨਾ, ਲੇਕਿਨ ਇੱਥੇ ਮਰਨਾ ਤੇ ਉੱਥੇ ਮਰਨ ਦਾ ਕੋਈ ਲੱਗ ਹੀ ਜਜ਼ਬਾ ਹੀ ਲੱਗਾ। ਬਹੁਤ ਮਤਲਬ ਕਮਾਲ ਦੀ ਗੱਲ ਵੀ ਇੱਥੇ ਮਰਨਾ, ਇੱਥੇ ਤਾਂ ਵੀ ਕੀੜੇ ਮਕੌੜੇ ਦੀ ਮੌਤ ਤਾਂ ਕੋਈ ਵੀ ਮਰ ਜਾਂਦਾ। ਪਿੰਡ 'ਚ ਵੀ ਅੱਧਿਆਂ ਨੂੰ ਪਤਾ ਲੱਗਦਾ, ਅੱਧਿਆਂ ਨਹੀਂ, ਪਰ ਸ਼ਹੀਦ ਹੋ ਕੇ ਸ਼ਹੀਦ ਹੋਣਾ ਤਾਂ ਦੇਸ਼ ਵਰਲਡ ਨੂੰ ਪਤਾ ਲੱਗਦਾ ਜੀ, ਇੱਕ ਬੰਦਾ ਕੋਈ ਕੰਮ ਕਰ ਗਿਆ। ਸੋ ਬਹੁਤ ਅੱਛੇ ਸੁਨੇਹੇ ਦਿੱਤੇ ਤੁਸੀਂ ਸਤਪਾਲ ਸਿੰਘ ਜੀ, ਔਰ ਜਿਹੜਾ ਜਜ਼ਬਾ ਦੱਸਿਆ, ਯਕੀਨਨ ਸਾਡੇ ਨੌਜਵਾਨਾਂ ਦੇ ਖੂਨ ਦਾ ਦੌਰਾ ਵੀ ਤੇਜ਼ ਹੋ ਗਿਆ ਹੋਏਗਾ, ਉਹਨਾਂ ਅੰਦਰ ਵੀ ਇਹ ਜੋਸ਼ ਜਾਗਿਆ ਹੋਏਗਾ, ਹੋਰ ਜੋਸ਼ ਵੱਧ ਗਿਆ ਹੋਏਗਾ। ਜੋਸ਼ ਤਾਂ ਹੈ ਕਿ ਅਸੀਂ ਵੀ ਫੌਜ ਵਿੱਚ ਜਾਈਏ, ਫੌਜ ਵਿੱਚ ਨਹੀਂ ਵੀ ਜਾਈਏ ਤਾਂ ਘੱਟੋ ਘੱਟ ਦੇਸ਼ ਦੀ ਸੇਵਾ ਵਾਲੇ ਪਾਸੇ ਨੂੰ ਲੱਗੀਏ, ਅਤੇ ਦੇਸ਼ ਸਾਡਾ ਇਸੇ ਤਰ੍ਹਾਂ ਤੁਹਾਡੇ ਵਰਗੇ ਨਾਇਕਾਂ, ਤੁਹਾਡੇ ਵਰਗੇ ਹੀਰੋਜ਼ ਦੇ ਹੁੰਦਿਆਂ ਸੁਰੱਖਿਅਤ ਰਵੇ, ਵਿਕਾਸ ਕਰੇ, ਅਤੇ ਤੁਸੀਂ ਵੀ ਇਸੇ ਤਰ੍ਹਾਂ ਖੁਸ਼ ਰਹੋ, ਆਬਾਦ ਰਹੋ, ਹਮੇਸ਼ਾ ਜ਼ਿੰਦਾਬਾਦ ਰਹੋ। ਸਾਡਾ ਸੈਲਿਊਟ ਆਕਾਸ਼ਵਾਣੀ ਵੱਲੋਂ, ਸਾਡੇ ਸੁਣਨ ਵਾਲਿਆਂ ਵੱਲੋਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ ਜੀ। जवान की कसम, जवाब देने आऊंगा। हिंदुस्तान की कसम, हिंदुस्तान की कसम, हिंदुस्तान की कसम, हिंदुस्तान की कसम, न झुकेगा सर वतन का हर जवान की कसम, न झुकेगा सर वतन का हर जवान की कसम, हिंदुस्तान की कसम, हिंदुस्तान की कसम। जवाबी हमले का ऑर्डर किसी वक्त भी मिल सकता है। यहाँ पूरी तैयारी है, आपका हुक्म मिलते ही मिशन जारी हो जाएंगे। जिन्हें प्यार है वतन से वो जान से खेलते हैं, ख्वाबों से खेलते हैं, अरमां से खेलते हैं। मिले राह में जो तूफान, तूफान से खेलते हैं। न रुकेंगे हम किसी से इस उड़ान की कसम, हिंदुस्तान की कसम।
हिंदुस्तान की कसम। फिर इम्तिहान न होगा, यूं इम्तिहान देंगे, आएंगे जख्म हंस के, खुश हो के जान देंगे, मिट जाएंगे जुबान पर हम जब जबान देंगे। है इसी में शान अपनी, इसी शान की कसम। न झुकेगा सर वतन का हर जवान की कसम। हिंदुस्तान की कसम, हिंदुस्तान की कसम।